ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਖੈ ਬਾਸਨਾ ਤਿਆਗ ਕਰ, ਸਰਵਣ ਗਿਆਨ ਮੈਂ ਗ੍ਰੰਥ। ਸੋ ਤਬ ਲਗ ਜਬ ਲਗ ਭਲੇ, ਸਮਝੈ ਪੰਥ ਆਪੰਥ। ਬਿਖੈ ਬਾਸਨਾ ਤਿਆਗ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਮਾਲਾ ਦੇ ਚੌਥੇ ਵਿਸਰਾਮ ਦੇ 26 ਦੋਹਰੇ ਸਮਾਪਤ ਕੀਤੇ ਸੀ। ਅੱਜ ਆਪਾਂ 27ਵਾਂ ਦੋਹਰਾ ਵਿਚਾਰਨ ਲੱਗੇ ਹਾਂ, ਜੋ ਆਰੰਭ ਕਰੀਏ। ਬਿਖੈ ਬਾਸਨਾ ਤਿਆਗ ਕਰ, ਕਰ ਦੇ ਰਾਰੇ ਨੂੰ ਸਿਹਾਰੀ। ਸ਼ਰਵਣ ਗਿਆਨ ਮੈਂ ਗ੍ਰੰਥ। ਕਈ ਥਾਵਾਂ ਤੇ ਗਿਆਨ ਪਾਠ ਜਾਈਏ ਅੱਧੇ ਨਾ, ਤੇ ਕਈ ਥਾਵਾਂ ਤੇ ਗੱਗੇ ਸਿਹਾਰੀ ਐੜੇ ਕੰਨਾ ਨੰਨਾ। ਦੋਵੇਂ ਤਰ੍ਹਾਂ ਨਾਲ ਬਣਨਾ ਗਿਆਨ ਹੀ। ਗਿਆਨ ਮੈਂ ਗ੍ਰੰਥ, ਗ੍ਰੰਥ ਦੇ ਥੱਥੇ ਨੂੰ ਸਿਹਾਰੀ ਆ। ਇਹ ਸਿੱਖ ਵੈਰਾਗ ਦੇ ਨਾਲ ਬਿਖੈ ਬਾਸਨਾ ਤਿਆਗ ਕਰ। ਵੈਰਾਗ ਦੇ ਨਾਲ ਜਿਹੜੀ ਵਿਖੇ ਆ, ਕਈ ਵਿਸ਼ਿਆਂ ਦੀ ਬਾਸਨਾ ਇੱਛਾ ਆ, ਤਿਆਗ ਕਰ। ਉਸ ਨੂੰ ਤਿਆਗ ਕਹੀਏ ਛੱਡ, ਕਰ ਕਹੀਏ ਕਰਕੇ। ਸ਼ਰਾਵਣ ਗਿਆਨ ਮੈਂ ਗ੍ਰੰਥ, ਤੇ ਜਿਨ੍ਹਾਂ ਗ੍ਰੰਥਾਂ ਦੇ ਮੈਂ ਕਹੀਏ ਵਿੱਚ ਆਤਮ ਗਿਆਨ ਦੀ ਪ੍ਰਾਪਤੀ ਬਾਰੇ ਕਥਨ ਕੀਤਾ ਹੈ। ਮੈਂ ਦਾ ਅਰਥ ਹੁੰਦਾ ਵੀ ਆਪਾਂ, ਆਪਣਾ। ਮੈਂ ਆਪਣੇ ਆਪ ਨੂੰ ਕਹੀਦਾ। ਆਪਣੇ ਸਰੂਪ ਦੇ ਗਿਆਨ ਵਾਲੇ ਗ੍ਰੰਥ ਜਿਹੜੇ ਆ, ਉਹਨਾਂ ਗ੍ਰੰਥਾਂ ਨੂੰ ਸ਼ਰਵਣ ਕਹੀਏ, ਸੁਣਨਾ ਕਰ। ਵਿਖੇ ਬਾਸਨਾ ਤਿਆਗ ਕਰ ਪਿੱਛੇ ਆਇਆ ਸੀ ਨਾ, ਕਿ ਜਿਹਨੂੰ ਨਿਰਵੇਦ ਕਹੀਏ, ਵਿਰਾਗ ਪ੍ਰਾਪਤ ਹੋ ਜਾਂਦਾ, ਉਹ ਜਗ ਦੇ ਦੁੱਖ ਤੋਂ ਸੁੱਤੇ ਸਿੱਧ ਹੀ ਛੁੱਟ ਜਾਂਦਾ। ਤੇ ਇਸੇ ਕਰਕੇ ਹੁਣ ਇੱਥੇ ਉਹ ਵਿਰਾਗ ਦੇ ਨਾਲ ਪ੍ਰਕਰਨ ਬੰਨ੍ਹਦੇ ਹੋਏ ਕਹਿੰਦੇ ਆ ਵੀ ਸਿੱਖ ਵਿਰਾਗ ਦੇ ਨਾਲ ਹੋ ਕੇ ਨਾ ਵਿਖੇ ਬਾਸਨਾ ਤਿਆਗ ਕਰ। ਵਿਸ਼ਿਆਂ ਦੀਆਂ ਜਿਹੜੀਆਂ ਬਾਸਨਾ ਕਹੀਏ, ਇੱਛਾਵਾਂ ਆ, ਉਹਨਾਂ ਨੂੰ ਤਿਆਗ ਕਹੀਏ, ਛੱਡ ਕਰਕੇ ਸਰਵਣ ਗਿਆਨ ਮੈਂ ਗ੍ਰੰਥ। ਜਿਨ੍ਹਾਂ ਗ੍ਰੰਥਾਂ ਦੇ ਮੈਂ ਕਹੀਏ ਵਿੱਚ ਗਿਆਨ ਦੀ ਪ੍ਰਾਪਤੀ ਬਾਰੇ, ਜਾਂ ਮੈਂ ਕਹੀਏ ਆਪਣੇ ਨਿੱਜ ਸਰੂਪ ਦਾ ਗਿਆਨ ਪ੍ਰਗਟ ਕੀਤਾ ਨਾ, ਕਥਨ ਕੀਤਾ, ਉਹਨਾਂ ਗ੍ਰੰਥਾਂ ਦਾ ਸ਼ਰਵਣ ਕਹੀਏ, ਸੁਣਨਾ ਕਰ। ਅੱਗੋਂ ਸਿੱਖ ਕਹਿਣ ਲੱਗਾ, ਸੋ ਤਬ ਲਗ ਜਬ ਲਗ ਭਲੇ। ਸਿੱਖ ਨੇ ਪ੍ਰਸ਼ਨ ਖੜਾ ਕਰ ਦਿੱਤਾ, ਗੁਰੂ ਜੀ ਜਿਹੜੇ ਗਿਆਨ ਦੇਣ ਵਾਲੇ ਗ੍ਰੰਥ ਆ, ਉਹਨਾਂ ਨੂੰ ਮੈਂ ਕਦੋਂ ਕੁ ਤੱਕ ਸੁਣਨਾ ਕਰਾਂ? ਕਦੋਂ ਤੱਕ ਸੁਣਨਾ ਪਊ ਮੈਨੂੰ? ਤੇ ਗੁਰੂ ਕਹਿੰਦੇ ਵੀ ਸੋ ਤਬ ਲਗ ਜਬ ਲਗ ਭਲੇ। ਇਹ ਸਿੱਖ ਸੋ ਕਹੀਏ ਉਹ ਜਿਹੜੇ ਗ੍ਰੰਥ ਆ, ਤਬ ਲਗ ਤਦੋਂ ਤੱਕ, ਲਗ ਦਾ ਅਰਥ ਦੋਵਾਂ ਦਾ ਹੀ ਤੱਕ ਆ। ਤਦੋਂ ਤੱਕ ਨਾ ਸਰਵਣ ਕਰਦਾ ਰਹੋ। ਜਬ ਲਗ ਭਲੇ, ਜਦੋਂ ਤੱਕ ਚੰਗੀ ਤਰ੍ਹਾਂ ਤੂੰ, ਭਲੇ ਦਾ ਅਰਥ ਚੰਗੀ ਤਰ੍ਹਾਂ, ਜਦੋਂ ਤੱਕ ਤੂੰ ਚੰਗੀ ਤਰ੍ਹਾਂ ਸਮਝੈ ਪੰਥ ਆਪੰਥ। ਪੰਥ ਹੁੰਦਾ ਚੰਗਾ ਰਸਤਾ, ਆਪੰਥ ਹੁੰਦਾ ਨਹੀਂ ਜਿਹੜਾ ਚੰਗਾ ਰਸਤਾ, ਤਾਂ ਮਾੜਾ ਰਸਤਾ। ਜਿੰਨਾ ਚਿਰ ਤੂੰ ਚੰਗੇ ਮਾੜੇ ਰਸਤੇ ਨੂੰ ਸਮਝ ਨਾ ਲਵੇਂ, ਭਾਵ ਜਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੀ ਚੰਗਾ ਰਸਤਾ, ਤੇ ਵਿਸ਼ਿਆਂ ਦਾ ਮਾੜਾ ਰਸਤਾ ਆਪੰਥ ਆ, ਇਹਦੀ ਸਮਝ ਨਹੀਂ ਨਾ ਪੈਂਦੀ ਵੀ ਵਿਸ਼ੇ ਮੇਰੇ ਲਈ ਮਾੜੇ ਆ, ਪਰਮਾਤਮਾ ਦੀ ਪ੍ਰਾਪਤੀ ਮੇਰੇ ਲਈ ਚੰਗੀ ਆ। ਜਿੰਨਾ ਚਿਰ ਤੱਕ ਤੈਨੂੰ ਇਹ ਗਿਆਨ ਨਹੀਂ ਹੋ ਜਾਂਦਾ ਵੀ ਪਰਮਾਰਥ ਦਾ ਰਾਹੀ ਬਣਨਾ ਮੈਂ,
ਸੰਸਾਰ ਦਾ ਰਾਹੀ ਨਹੀਂ ਬਣਨਾ। ਉਦੋਂ ਤੱਕ ਤੂੰ ਗਿਆਨ ਦੇ ਜਿਹੜੇ ਗ੍ਰੰਥਾਂ ਦਾ ਸਰਵਣ ਕਰਦਾ ਰਹੋ। ਇਹ ਮੇਰੀ ਸਿੱਖਿਆ ਹੈ ਤੈਨੂੰ, ਇਹ ਸਿੱਖ। ਦੋਹਰਾ ਪਾਪਸ਼ੀਨ ਤਪ ਦਾਨ ਬਲ। ਇਹ ਸਿੱਖ, ਜਿਸ ਮਨੁੱਖ ਨੇ ਤਪ ਕਹੀਏ ਤਪੱਸਿਆ ਅਤੇ ਦਾਨ ਪੁੰਨ ਕਰਮ ਆਦਿ ਈਸ਼ਵਰ ਅਰਥ ਵਾਹਿਗੁਰੂ ਦੇ ਅਰਥ ਸ਼ੁਭ ਕਰਮ ਕਰਕੇ ਇਸ ਤਪ ਤੇ ਦਾਨ ਦੇ ਬਲ ਕਹੀਏ ਜ਼ੋਰ ਨਾਲ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪ ਛੀਨ ਕਹੀਏ ਨਾਸ ਕੀਤੇ ਹਨ। ਹਿਰਦੈ ਸ਼ਾਂਤ ਗਤ ਰਾਗ। ਉਪਾਸਨਾ ਕਰਕੇ ਹਿਰਦੈ ਕਹੀਏ ਉਹਨਾਂ ਦੇ ਅੰਤःਕਰਨ ਵਿੱਚ ਸ਼ਾਂਤੀ ਪ੍ਰਾਪਤ ਕੀਤੀ ਹੈ। ਭਾਵ ਚਿੱਤ ਨੂੰ ਇਕਾਗਰ ਕੀਤਾ ਉਹਨਾਂ ਨੇ। ਹਿਰਦੇ ਸ਼ਾਂਤੀ ਮਤਲਬ ਚਿੱਤ ਦੀ ਇਕਾਗਰਤਾ ਹੈ। ਫਿਰ ਗਤ ਰਾਗ, ਜਿਹੜਾ ਰਾਗ ਹੈ ਨਾ, ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰੀ ਜਾਣਾ, ਇਹ ਝੂਠਾ ਮੋਹ ਵੀ ਇਹਨਾਂ ਨੇ ਗਤ ਨਾਸ ਕਰਕੇ ਵਿਰਾਗ ਸੰਯੁਗਤੋ ਪੁਰਸ਼ ਹੋਇਆ। ਪਾਪਸ਼ੀਨ ਤਪ ਦਾਨ ਬਲ। ਵੀ ਜਿਸ ਮਨੁੱਖ ਨੇ ਤਪ ਕਹੀਏ ਤਪੱਸਿਆ ਤੇ ਦਾਨ, ਤਪੱਸਿਆ ਵੀ ਕੀਤੀ ਆ ਤੇ ਦਾਨ ਵੀ ਕੀਤਾ, ਪੁੰਨ ਕਰਮ ਕੀਤੇ, ਪਰ ਕੀਤੇ ਕਿਹਦੇ ਸਪੁਰਦ ਆ? ਈਸ਼ਵਰ ਦੇ ਅਰਥ। ਆਪਣਾ ਕਰਤਾ ਭੁਗਤਾ ਨਹੀਂ ਆਪਣੇ ਆਪ ਨੂੰ ਮੰਨਿਆ ਵੀ ਮੈਂ ਕਰਨ ਵਾਲਾ, ਮੈਂ ਭੁਗਤਣ ਵਾਲਾ ਨਾ। ਜੋ ਵੀ ਕੀਤਾ, ਜਿਵੇਂ ਗੀਤਾ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਵੀ ਹੇ ਅਰਜਨ, ਤੂੰ ਜੋ ਵੀ ਕਰਮ ਕਰਨਾ ਈਸ਼ਵਰ ਨੂੰ ਸਮਰਪਣ ਕਰ ਦੇ, ਆਪਣੇ ਆਪ ਨੂੰ ਵਿੱਚ ਨਾ ਲਿਆ, ਕਿਉਂਕਿ ਆਤਮਾ ਉਹਦਾ ਸਰੂਪ ਹੈ, ਤੂੰ ਤੇ ਕੁਝ ਕਰਨ ਵਾਲਾ ਨਹੀਂ। ਤੇ ਸਾਰੇ ਆਪਣੇ ਸ਼ੁਭ ਕਰਮ ਉਸ ਨੂੰ ਸਮਰਪਣ ਕਰ ਦੇ। ਇਸੇ ਪ੍ਰਕਾਰ ਜਿਨ੍ਹਾਂ ਨੇ ਤਪ ਤਪੱਸਿਆ ਦੇ ਦਾਨ ਈਸ਼ਵਰ ਦੇ ਅਰਥ ਸ਼ੁਭ ਕਰਮ ਕਰਕੇ ਇਹ ਜਿਹੜਾ ਤਪ ਦਾਨ ਬਲ, ਇਸ ਤਪ ਤੇ ਦਾਨ ਦੇ ਜ਼ੋਰ ਨਾਲ ਆਪਣੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਮਨ ਦੇ ਪਾਪ ਸੀ ਨਾ, ਉਹਨਾਂ ਨੂੰ ਛੀਨ ਨਾਸ ਕਰ ਲਿਆ ਤੇ ਉਹਨਾਂ ਦੇ ਅੰਦਰ ਸ਼ੁਭ ਭਾਵਨਾ ਹੋ ਗਈ, ਉਹਨਾਂ ਦੀ ਉਪਾਸਨਾ ਸਫਲ ਹੋ ਗਈ ਆ, ਜਿਸ ਕਰਕੇ ਹਿਰਦੇ ਵਿੱਚ ਉਹਨਾਂ ਦੇ ਸ਼ਾਂਤੀ ਉਹਨਾਂ ਨੇ ਪ੍ਰਾਪਤ ਕਰ ਲਈ ਹੈ। ਸ਼ਾਂਤੀ ਹੋਣੇ ਕਰਕੇ ਇੱਕ ਤੇ ਰਾਗ ਜਿਹੜਾ ਮੋਹ ਆ ਝੂਠਾ, ਉਹ ਵੀ ਉਹਨਾਂ ਨੇ ਗਤ ਨਾਸ ਕਰ ਲਿਆ ਤੇ ਬੀਤ ਰਾਗ ਦੇ ਉਹ ਮਾਲਕ ਹੋ ਗਏ, ਭਾਵ ਰਾਗੀ ਹੋ ਗਏ। ਸੋ ਅਧਿਕਾਰੀ ਗਿਆਨ ਕੋ, ਸੋ ਕਹੀਏ ਉਹ ਬੜ ਭਾਗ, ਭਇਓ ਮਮੁਖ ਬੜ ਭਾਗ। ਸੋ ਅਧਿਕਾਰੀ ਗਿਆਨ ਕੋ। ਫਿਰ ਉਹ ਸਿੱਖ ਹੋਰ ਵੀ ਸੁਣ ਲੈਣ। ਉਹ ਗਿਆਨ ਜਿਹੜਾ ਆਤਮ ਗਿਆਨ ਆ, ਮਹਾਨ ਗਿਆਨ ਆ, ਉਸ ਮਹਾਨ ਗਿਆਨ ਦੀ ਪ੍ਰਾਪਤੀ ਦਾ, ਪਦਾਰਥ ਦਾ ਗਿਆਨ ਦੀ ਪ੍ਰਾਪਤੀ ਦਾ ਅਧਿਕਾਰੀ ਹੱਕਦਾਰ ਹੈ। ਉਹ ਉਸ ਦਾ ਲਾਭਕਾਰੀ ਹੈ, ਅਧਿਕਾਰੀ ਹੈ, ਹੱਕਦਾਰ ਹੈ। ਭਾਇਓ ਮਮੁਖ ਬੜ ਭਾਗ, ਵੱਡਿਆਂ ਭਾਗਾਂ ਵਾਲਾ, ਮਮੁਖ ਮੁਕਤੀ ਦੀ ਇੱਛਾ ਵਾਲਾ ਹੈ। ਠੀਕ ਹੈ ਜੀ। ਮਮੁਖ ਦਾ ਅਰਥ ਵਿਦਵਾਨ ਐਵੇਂ ਵੀ ਕਰਦੇ ਵੀ ਅਵਿਦਿਆ ਤਤ ਕਾਰਯ ਰੂਪ ਬੰਧ ਦੀ ਨਿਵਿਰਤੀ। ਅਵਿਦਿਆ ਦਾ ਤਤ ਕਾਰਜ, ਜਿਹੜਾ ਅਵਿਦਿਆ ਤੋਂ ਹੀ ਹੈ ਨਾ ਤਤ, ਪੰਜ ਤੱਤਾਂ ਦਾ ਕਾਰਜ ਰੂਪ ਕੀ ਆ? ਸੰਸਾਰ।
ਪੰਜ ਤੱਤਾਂ ਦਾ ਕਾਰਜ ਹੀ ਆ, ਵਿਦਿਆ ਦਾ ਕਾਰਜ ਹੀ ਆ ਸੰਸਾਰ। ਇਸ ਸੰਸਾਰ ਅਨਰਥ ਦੇ ਜਿਹੜੇ ਬੰਧ ਦੀ ਆ ਨਾ, ਉਹਦੀ ਨਿਵਿਰਤੀ ਪਰਮਾਨੰਦ ਦੀ ਪ੍ਰਾਪਤੀ। ਇਸ ਰੂਪ ਜਿਹੜੀ ਮੁਕਤੀ ਦੀ ਇੱਛਾ ਵਾਲਾ ਹੈ, ਇਹਨੂੰ ਕਹੀਦਾ ਮੁਕਤੀ ਦੀ ਇੱਛਾ। ਮੁਮੁਕਸ਼ਤਾ ਗ੍ਰੰਥਾਂ ਵਿੱਚ ਨਾਮ ਦਿੱਤਾ। ਮੁਮੁਕਸ਼ਤਾ ਦਾ ਅਰਥ ਹੁੰਦਾ ਜਗਿਆਸੂ, ਭਾਵ ਮੁਕਤੀ ਦੀ ਇੱਛਾ ਵਾਲਾ। ਤੇ ਅਵਿਦਿਆ ਦਾ ਤਤ, ਅਵਿਦਿਆ ਦਾ ਕੀ ਆ? ਤਤ ਕਾਰਜ ਰੂਪ। ਵਿਦਿਆ ਤੋਂ ਤਤ ਪੰਜ, ਤੇ ਪੰਜ ਤੱਤਾਂ ਦਾ ਕਾਰਜ ਰੂਪ ਸੰਸਾਰ ਆ, ਪ੍ਰਪੰਚ ਆ। ਤੇ ਪ੍ਰਪੰਚ ਬੰਧਨ ਹੀ ਪਾਉਣ ਵਾਲਾ, ਕਰਤਾ ਭੋਗਤਾ ਦੇ। ਇਸ ਪ੍ਰਕਾਰ ਇਹ ਬੰਧਨਾਂ ਦੀ ਜਿਹੜੀ ਨਿਵਿਰਤੀ ਆ, ਇਸ ਰੂਪ ਤੇ ਪਰਮਾਨੰਦ ਦੀ ਪ੍ਰਾਪਤੀ ਰੂਪ, ਇਹ ਮੁਕਤੀ ਦੀ ਇੱਛਾ ਹੁੰਦੀ। ਇਸ ਮੁਕਤੀ ਦੀ ਇੱਛਾ ਵਾਲਾ ਉਹ ਵਡਭਾਗ ਭਇਓ, ਵਡਭਾਗਾ ਵੱਡਿਆਂ ਭਾਗਾਂ ਵਾਲਾ ਹੋਇਆ ਹੈ। ਤੇ ਉਹੀ ਹੋਈ ਅਧਿਕਾਰੀ ਆ ਗਿਆਨ ਦਾ, ਗਿਆਨ ਦੀ ਪ੍ਰਾਪਤੀ ਦਾ ਹੱਕਦਾਰ ਹੈ। ਜਿਹਨੇ ਉੱਪਰਲੇ ਕਰਮ ਕੀਤੇ, ਤਪ ਦਾਨ ਕਰਕੇ, ਤੇ ਤਪ ਦਾਨ ਦੇ ਜ਼ੋਰ ਕਰਕੇ ਪਾਪਾਂ ਨੂੰ ਨਾਸ਼ ਕਰ ਲਿਆ, ਹਿਰਦੇ ਸ਼ਾਂਤ ਆ, ਤੇ ਮੋਹ ਨੂੰ ਜਿਹਨੇ ਗੱਤ ਕਹੀਏ ਨਾਸ਼ ਕਰ ਲਿਆ, ਤੇ ਵਿਰਾਗ ਦੇ ਸੰਯੁਕਤ ਹੋਇਆ। ਦੋਹਰਾ ਤਤਵਮਸੀ ਅਹੰ ਬ੍ਰਹਮਾਸਮੀ। ਹੁਣ ਕਹਿੰਦੇ ਆ, ਇਹ ਸਿੱਖ ਜੋ ਸ਼ਾਮ ਵੇਦ ਦਾ ਤਤਵਮਸੀ, ਭਾਵ ਤਤ ਤੇ ਤਵੰ ਤੇ ਅਸੀਂ, ਉਹ ਜੋ ਤਤਵਮਸੀ ਦਾ ਉੱਦਾਂ ਪੜ੍ਹਨਾ ਹੋਵੇ ਤਤ ਤੇ ਤੁਮ, ਕਿਉਂਕਿ ਟਿੱਪੀ ਟੁੱਪੀ ਦੇ ਆਪਾਂ ਆਮ ਹੀ ਪੜ੍ਹਦੇ ਹਾਂ, ਪਰ ਸੰਸਕ੍ਰਿਤ ਵਿੱਚ ਟਿੱਪੀ ਨਹੀਂ ਪੜ੍ਹੀ ਜਾਂਦੀ। ਉੱਥੇ ਜਿਹੜੀ ਬਿੰਦੀ ਹੁੰਦੀ ਆ ਉਹਨੂੰ ਮਾਂ ਦੀ ਆਵਾਜ਼ ਦਿੱਤੀ ਜਾਂਦੀ। ਇਸ ਤਤ ਤੁਮ ਅਸੀਂ, ਤੇ ਸਿੱਧਾ ਜਿੱਦਾਂ ਆਪਾਂ ਪੜ੍ਹਦੇ ਹਾਂ ਤਤ ਤੁਮ ਅਸੀਂ। ਤਤ ਕੀ ਹੈ? ਈਸ਼ਰ। ਤੁਮ ਜੀਵ, ਅਸ ਬ੍ਰਹਮ। ਇਹ ਮਹਾਵਾਕ ਹੈ, ਜੋ ਸ਼ਾਮ ਵੇਦ ਦਾ ਮਹਾਵਾਕ ਤਤਵੰ ਅਸ, ਭਾਵ ਤਤਵਮਸੀ। ਅਤੇ ਜੋ ਅਹੰ ਬ੍ਰਹਮਾਸਮੀ, ਭਾਵ ਅਹੰ ਬ੍ਰਹਮ ਤੇ ਅਸੀਂ, ਇਹ ਯਜੁਰਵੇਦ ਦਾ ਮਹਾਵਾਕ ਆ। ਅਹੰ ਬ੍ਰਹਮਾਸਮੀ, ਇਹ ਯਜੁਰਵੇਦ ਦਾ ਮਹਾਵਾਕ ਹੈ। ਇਤਿਆਦਿਕ ਮਹਾਵਾਕ, ਇਤਿਆਦਿਕ ਭਾਵ ਚਾਰੇ ਵੇਦਾਂ ਦੇ ਚਾਰ ਹੀ ਮਹਾਵਾਕ ਹਨ। ਉਹ ਏਦਾਂ ਆ, ਲਿਖੇ ਹੋਏ ਥਾਂ ਥਾਂ ਤੇ ਲਿਖੇ ਹੋਏ ਆ। ਅੱਗੇ ਉੱਥੇ ਵੀ ਆ ਹੀ ਜਾਂਦਾ, ਅਧਿਆਤਮ ਪ੍ਰਕਾਸ਼ ਜੀ। ਸ਼ਾਮ ਵੇਦ ਦਾ ਤਤਵਮਸੀ ਮਹਾਵਾਕ ਆ। ਰਿਗ ਵੇਦ ਦਾ ਪ੍ਰਗਿਆਨਮਾਨੰਦ, ਤੇ ਯਜੁਰਵੇਦ ਦਾ ਅਹੰ ਬ੍ਰਹਮਾਸਮੀ, ਅਹੰ ਆਤਮਾ ਬ੍ਰਹਮ, ਇਹ ਅਥਰਵਣ ਵੇਦ ਦਾ ਮਹਾਵਾਕ। ਤੇ ਇਹਨਾਂ ਮਹਾਵਾਕਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਸਿੱਖ ਕਿਸ ਕੋਲ ਅੱਗੇ ਦੱਸਦੇ ਆ, ਗੁਰਮੁਖ ਸਰਵਣ ਕਰੇ ਭਲੇ। ਅਰਥ ਉੱਤੇ ਤੇ ਇੰਨਾ ਹੀ ਆ ਵੀ ਤਤਵਮਸੀ ਅਹੰ ਬ੍ਰਹਮਾਸਮੀ। ਇਹ ਸਿੱਖ ਸ਼ਾਮ ਵੇਦ ਦਾ ਜਿਹੜਾ ਮਹਾਵਾਕ ਹੈ ਤਤਵਮਸੀ, ਤੇ ਯਜੁਰਵੇਦ ਦਾ ਜਿਹੜਾ ਮਹਾਵਾਕ ਹੈ ਅਹੰ ਬ੍ਰਹਮਾਸਮੀ, ਇਤਿਆਦਿਕ ਮਹਾਵਾਕ। ਇਤਿਆਦਿਕ ਮਹਾਵਾਕ ਵੀ ਇਤਿਆਦਿਕ ਜਿਹੜੇ ਹੋਰ ਦੋ ਵੇਦਾਂ ਦੇ ਮਹਾਵਾਕ, ਭਾਵ ਚਾਰੇ ਵੇਦਾਂ ਦੇ ਮਹਾਵਾਕ ਆ। ਗੁਰਮੁਖ ਸਰਵਣ ਕਰੇ ਭਲੇ। ਇਹਨਾਂ ਮਹਾਵਾਕਾਂ ਨੂੰ ਗੁਰਮੁਖ ਕਹੀਏ, ਗੁਰੂ ਮੁਖ ਦੇ ਦੁਆਰਾ। ਗੁਰ ਤੇ ਮੁਖ, ਮੁਖ ਕਹੀਏ ਮੁਖ, ਗੁਰੂ ਦੇ ਮੁਖ ਦੁਆਰਾ ਭਲੇ ਚੰਗੀ ਤਰ੍ਹਾਂ ਨਾ ਸਿੱਖ ਜਿਹੜਾ ਸਰਵਣ ਕਰੇ, ਸੁਣਨਾ ਕਰੇ।
ਤੇ ਸਾਰ ਅਸਾਰ ਹੈ ਤਾਕ। ਇਸ ਨਾਲ ਜਿਹੜਾ ਸਤ ਚਿੱਤ ਆਨੰਦ ਸਰੂਪ ਬ੍ਰਹਮ ਆ, ਉਸ ਨੂੰ ਤੇ ਸਾਰ ਰੂਪ ਤੇ ਅਸਾਰ ਹੈ ਕਿਹੜੇ ਆ, ਜਿਹੜਾ ਉਧਰ ਤੇ ਸਤ ਚੇਤਨ ਆਨੰਦ ਬ੍ਰਹਮ, ਇਧਰ ਜਿਹੜਾ ਸੰਸਾਰ ਉਹ ਕੀ ਆ, ਅਸਤ ਆ। ਚਿੱਤ ਕੀ ਆ, ਉਧਰ ਚੇਤਨ, ਇਧਰ ਜੜ ਆ। ਉਧਰ ਆਨੰਦ ਸਰੂਪ, ਇਧਰ ਦੁੱਖ ਰੂਪ ਆ। ਇਹ ਸੰਸਾਰ ਨੂੰ ਅਸਾਰ ਹੈ। ਉਹ ਸ੍ਰੇਸ਼ਟ ਰੂਪ ਆ, ਭਾਵ ਸੱਚ ਰੂਪ ਆ, ਸਦਾ ਰਹਿਣ ਵਾਲਾ। ਇਹ ਜਿਹੜਾ ਅਸਤ ਜੜ ਦੁੱਖ ਰੂਪ ਸੰਸਾਰ ਆ, ਇਹਨੂੰ ਅਸਾਰੇ ਕਹੀਏ। ਨਾਸਵਾਨ ਰੂਪ ਤਾਕ ਤੱਕ, ਤੱਕ ਦੇਖ ਲਈਦਾ, ਭਾਵ ਸਤ ਚੇਤਨ ਆਨੰਦ ਸਰੂਪ ਬ੍ਰਹਮਣ ਨੂੰ ਗ੍ਰਹਿਣ ਕਰ ਲਈਦਾ ਅਤੇ ਅਸਤ ਜੜ ਦੁੱਖ ਰੂਪ ਸੰਸਾਰ ਨੂੰ ਤਿਆਗ ਦੇਈਦਾ। ਆਈ ਸਮਝ ਕਿ ਨਹੀਂ? ਗੁਰ ਮੁਖ ਸਰਵਣ ਕਰੇ। ਗੁਰਾਂ ਦੇ ਮੁਖ ਦੁਆਰਾ ਭਲੀ ਪ੍ਰਕਾਰ ਜੋ ਵੀ ਸਿੱਖ ਚੰਗੀ ਤਰ੍ਹਾਂ ਸਰਵਣ ਕਰੇ ਨਾ, ਭਲੇ ਦਾ ਅਰਥ ਚੰਗੀ ਤਰ੍ਹਾਂ ਜਾਂ ਭਲੀ ਪ੍ਰਕਾਰ, ਤੇ ਗੁਰੂ ਦੇ ਮੁਖ ਦੁਆਰਾ ਸਰਵਣ ਕਰੇ ਜੋ ਪੁਰਸ਼, ਉਹ ਪੁਰਸ਼, ਉਹ ਮਹਾਤਮਾ ਗੁਰਸਿੱਖ ਸਾਰ ਅਸਾਰ ਹੈ ਤੱਕ, ਸਾਰ ਅਸਾਰ ਨੂੰ ਤੱਕ ਲੈਂਦਾ। ਭਾਵ ਸਾਰ ਕੀ ਆ ਚੰਗਾ, ਅਸਾਰ ਕੀ ਆ ਬੁਰਾ, ਭਲੇ ਬੁਰੇ ਦੀ ਸਮਝ ਵਾਲਾ ਹੋ ਜਾਂਦਾ। ਤੇ ਸਾਰ ਉਦਾਂ ਕੀ ਆ, ਬ੍ਰਾਹਮੀ ਆ। ਤੇ ਬ੍ਰਹਮ ਕੀ ਆ, ਸਤ ਚੇਤਨ ਆਨੰਦ ਸਰੂਪ। ਅਸਾਰ ਕੀ ਆ, ਸੰਸਾਰ ਆ। ਉਹ ਕੀ ਆ, ਸਤ ਚੜ ਦੁੱਖ ਰੂਪ। ਫਿਰ ਸਾਰ ਕੀ ਆ, ਜਿਹੜਾ ਜੀਵ ਤੇ ਈਸ਼ ਦੀ ਲਖਣਾ ਬਿਰਤੀ ਦੁਆਰਾ ਏਕਤਾ ਕਾਰਨ ਰੂਪੀ ਸਾਰ ਵਸਤੂ ਨੂੰ ਤੱਕ ਲੈਂਦਾ। ਉਹ ਪੁਰਸ਼ ਜਿਹੜਾ ਗੁਰਮੁਖ ਦੁਆਰਾ ਚੰਗੀ ਤਰ੍ਹਾਂ ਸਰਵਣ ਕਰਦਾ। ਇਹ ਮਹਾਂਵਾਕ ਜੀਵ ਈਸ਼ ਦੀ ਲਖਣਾ ਬਿਰਤੀ ਕੀ ਆ, ਜਿੱਦਾਂ ਵੀ ਜੀਵ ਆ ਤੇ ਈਸ਼ ਆ, ਉਹ ਤਤ ਤਵੰਗ ਦਾ ਸੋਧਨ। ਇੱਕ ਤੇ ਭਾਗ ਤਿਆਗ ਲਖਣਾ, ਇੱਕ ਜਿਹੜੀ ਲਕਸ਼ਣਾ ਬਿਰਤੀਆਂ, ਤਿੰਨ ਵਿਅੰਜਣਾ ਬਿਰਤੀ ਕਹਿੰਦੇ, ਸ਼ਕਤੀ ਬਿਰਤੀ ਕਹਿੰਦੇ। ਬਿਰਤੀ ਤੇ ਬੜੀ ਪ੍ਰਕਾਰ ਦੀ ਲਿਖੀ ਹੋਈ, ਲਖਣਾ ਬਿਰਤੀ ਭਾਵ ਲਕਸ਼ਣਾ। ਤੇ ਉਹ ਏਕਤਾ ਕਿੱਦਾਂ ਬਣੀ, ਲਖਣਾ ਬਿਰਤੀ ਦੁਆਰਾ ਏਕਤਾ ਕਰਨ ਰੂਪੀ ਸਾਰ ਵਸਤੂ ਨੂੰ। ਉਹ ਇਵੇਂ ਹੋਣੀ ਆ, ਜੀਵ ਦਾ ਜੀਵ ਪੁਣਾ ਛੱਡ ਦਈਏ। ਜਿਵੇਂ ਤਤ ਤਵੰ ਤੇ ਅਸੀਂ, ਤਤਵਮ ਅਸੀਂ ਹੈ ਨਾ, ਤੇ ਤਤ ਦਾ ਜਿਹੜਾ ਹੈ ਉਹ ਹੈ ਈਸ਼ਰ, ਤਵੰ ਦਾ ਹੈ ਜੀਵ। ਤੇ ਜੀਵ ਦਾ ਜੀਵ ਪੂਣਾ ਛੱਡ ਦੋ। ਤਤ ਦਾ ਇੱਕ ਹੁੰਦਾ ਲਕਸ਼ ਅਰਥ, ਇੱਕ ਹੁੰਦਾ ਵਾਚ ਅਰਥ। ਵਾਚ ਅਰਥ ਤਿਆਗ ਦਿੱਤਾ ਜਾਵੇ, ਭਾਵ ਜੀਵ ਪੁਣਾ। ਤੇ ਇਸੇ ਪ੍ਰਕਾਰ ਹੀ ਤਤ ਦਾ ਈਸ਼ਰ ਪੁਣਾ ਤਿਆਗ ਦਿੱਤਾ ਜਾਏ। ਮਗਰ ਜੋ ਬਿਰਤੀ ਰਹਿੰਦੀ ਹੈ, ਭਾਵ ਲਕਸ਼ ਅਰਥ ਆ, ਉਹਦੇ ਰਾਹੀਂ ਸਿੱਧ ਹੋ ਜਾਂਦਾ ਵਾ ਵੀ ਉਧਰ ਹੀ ਬ੍ਰਹਮ ਹੈ, ਇੱਧਰ ਹੀ ਬ੍ਰਹਮ ਆ। ਤਤ ਦਾ ਲਕਸ਼ ਅਰਥ ਜਿਹੜਾ ਬ੍ਰਾਹਮੀ ਹੈ, ਤੇ ਤਵੰਗ ਦਾ ਲਕਸ਼ ਅਰਥ ਕੁਟਸਥ ਆ। ਉਹ ਕੁਟਸਥ ਤੇ ਬ੍ਰਹਮ ਇੱਕ ਹੀ ਆ, ਉਹਦਾ ਹੀ ਹਿੱਸਾ। ਇਸ ਪ੍ਰਕਾਰ ਉਹ ਲਕਸ਼ ਅਰਥ ਦੇ ਦੁਆਰਾ ਉਹ ਲਕਸ਼ਣਾ ਬਿਰਤੀ, ਉਹ ਲਕਸ਼ਣਾ ਬਿਰਤੀ ਦੁਆਰਾ ਜਿਹੜੀ ਜੀਵ ਈਸ਼ ਦੀ ਏਕਤਾ ਹੁੰਦੀ, ਇਸ ਰੂਪੀ ਸਾਰ ਵਸਤੂ ਨੂੰ। ਅਤੇ ਅਸਾਰ ਹੈ ਕਹੀਏ, ਜਿਹੜਾ ਅਸਤ ਦੁੱਖ ਜੜ ਰੂਪ ਸੰਸਾਰ ਆ, ਇਹ ਅਵਿਦਿਆ ਦੀ ਅੰਸ਼ ਆ। ਅਵਿਦਿਆ ਤੋਂ ਹੀ ਹੈ ਨਾ,
ਅਵਿਦਿਆ ਤੋਂ ਅਗਿਆਨ ਤੋਂ ਹੀ ਇਹ ਸੰਸਾਰ ਆ ਨਾ। ਤੇ ਇਸ ਅਸਾਰ ਵਸਤੂ ਨੂੰ, ਵਸਤੂ ਦੇ ਵਿੱਚ ਜੋ ਜੀਵ ਦੀ ਏਕਤਾ ਰੂਪੀ ਸਾਰ ਵਸਤੂ ਤੇ ਅਸਤ ਦੁੱਖ ਜੜ ਰੂਪ ਅਵਿਦਿਆ ਦੀ ਅੰਸ਼ ਜਿਹੜਾ ਇਹ ਅਸਾਰ ਆ ਸੰਸਾਰ, ਇਹਦੇ ਵਿੱਚ ਫਰਕ ਜਾਣ ਲੈਂਦਾ ਉਹ ਕੌਣ? ਜੋ ਗੁਰੂਮੁਖ ਦੁਆਰਾ ਇਹਨਾਂ ਚਾਰ ਮਹਾਵਾਕਾਂ ਨੂੰ ਚੰਗੀ ਤਰ੍ਹਾਂ ਸਰਵਣ ਕਰਦਾ, ਉਹ ਸਾਰ ਅਸਾਰ ਤਾਕ। ਸੌਖਾ ਜਿਹਾ ਅਰਥ ਵੀ ਸਾਰ ਜੋ ਬ੍ਰਹਮ ਆ, ਅਸਾਰ ਜੋ ਸੰਸਾਰ ਆ, ਇਸ ਦੇ ਬਾਰੇ ਤੱਕ ਲੈਂਦਾ ਵੀ ਸਾਰ ਕੀ ਆ, ਅਸਾਰ ਕੀ ਆ, ਸ੍ਰੇਸ਼ਟ ਕੀ ਆ, ਅਸ੍ਰੇਸ਼ਟ ਕੀ ਆ, ਝੂਠ ਕੀ ਆ, ਸੱਚ ਕੀ ਆ, ਇਹ ਤੱਕ ਲੈਂਦਾ, ਭਾਵ ਜਾਣ ਲੈਂਦਾ। ਦੋਹਰਾ ਜਗ ਪ੍ਰਾਣੀ ਬਖੇਪ ਚਿਤ, ਜਿਹੜੇ ਜਗਤ ਜਗ ਪ੍ਰਾਣੀ ਭਾਵ ਸੰਸਾਰ ਦੇ ਪ੍ਰਾਣੀ ਜੀਵਾਂ ਦੇ ਚਿੱਤ ਵਿੱਚ ਸਦਾ ਹੀ ਬਖੇਪ ਚੰਚਲਤਾਈ ਰਹਿੰਦੇ ਹਨ। ਜਿਹੜੇ ਸੰਸਾਰ ਦੇ ਜੀਵਾਂ ਦੇ ਚਿੱਤ ਸਦਾ ਹੀ ਬਖੇਪ ਚੰਚਲ ਰਹਿੰਦੇ ਹਨ, ਤਜੈ ਦੂਰ ਤਿਨ ਸੰਗ, ਤਿੰਨ ਕਹੀਏ ਉਹਨਾਂ ਮਨੁੱਖਾਂ ਦਾ ਦੂਰ ਤੋਂ ਹੀ ਹੈ ਸਿੱਖ ਜਿਹੜਾ ਸੰਗ ਸਾਥ ਹੈ ਛੱਡ ਦੇਣਾ ਕਰ, ਛੱਡ ਦੇਣਾ ਚਾਹੀਦਾ ਬੰਦੇ ਨੂੰ। ਬੈਠ ਇਕੰਤ ਸੁਤੰਤਰ ਹੋਵੇ ਅਤੇ ਸਾਰੇ ਬੰਧਨਾਂ ਜੰਜਾਲਾਂ ਮੋਹ ਮਮਤਾ ਦੇ ਜੰਜਾਲਾਂ ਤੋਂ ਸੁਤੰਤਰ ਆਜ਼ਾਦ ਹੋ ਕੇ ਇਕੰਤ ਕਹੀਏ ਇਕਾਂਤ ਥਾਂ ਤੇ ਬੈਠਣਾ ਕਰੇ। ਮਨੁੱਖ ਕਰੈ ਮਨਨ ਸਰਬਾਂਗ ਅਤੇ ਗੁਰੂ ਤੋਂ ਪ੍ਰਾਪਤ ਹੋਏ ਮਹਾਂਵਾਕਾਂ ਦਾ ਜਿਹੜਾ ਸਰਬਾਂਗ ਕਹੀਏ ਸਾਰੇ ਅੰਗਾਂ ਕਰਕੇ ਮੰਨਣਾ ਕਰੇ। ਗੁਰੂ ਤੋਂ ਪ੍ਰਾਪਤ ਹੋਏ ਜਿਹੜੇ ਮਹਾਂਵਾਕ ਆ ਨਾ ਉੱਪਰ ਦੱਸੇ, ਉਹਨਾਂ ਦਾ ਸਰਬੰਗ ਸਾਰੇ ਅੰਗਾਂ ਕਰਕੇ ਮਨ ਬਾਣੀ ਸਰੀਰ ਕਰਕੇ ਮੰਨਣ ਕਰਨਾ ਕਰੇ। ਮੰਨਣ ਕੀ ਵਿਚਾਰ ਕਰੇ ਉਹਨਾਂ ਮਹਾਂਵਾਕਾਂ ਦੀ ਕਿ ਤਤ ਮਸੀ, ਤਤ ਭਾਵ ਜੀ, ਤਤ ਈਸ਼ ਹੈ, ਤਵੰ ਜੀਵ ਅਸੀਂ ਇੱਕ ਹੈ, ਇੱਕ ਹੈ। ਈਸ਼ਵਰ ਵੱਖਰਾ ਨਹੀਂ, ਜੀਵ ਵੱਖਰਾ ਨਹੀਂ, ਭਾਵ ਮੈਂ ਵੱਖਰਾ ਨਹੀਂ ਆ, ਮੈਂ ਅਸੀਂ ਰੂਪ ਹਾਂ, ਬ੍ਰਹਮ ਰੂਪ ਹਾਂ। ਇਸ ਤਰ੍ਹਾਂ ਦਾ ਮੰਨਣ ਕਰੇ। ਤੇ ਪਾਠ ਭੇਦ ਵੀ ਹੈ ਉਂਝ, ਜਗ ਪ੍ਰਾਣੀ ਬਖੇਪ ਵਿਖੇ ਪਚਿਤ, ਉਥੇ ਬਖੇਪ ਚਿੱਤ ਪਾਠ ਪਹਿਲਾ ਪਾਠ ਅੰਤਰ ਇਹ ਆ ਵੀ ਵਿਖੇ ਕਹਿ ਕੇ ਤੇ ਪਚਿਤ ਪੱਪਾ ਚਿੱਤ ਦੇ ਨਾਲ ਆਦਨਾ ਬਣ ਜਾਣਾ ਪਚਿਤ। ਤੇ ਅਰਥ ਇਵੇਂ ਹੋ ਜੂ ਵੀ ਜਗਤ ਦੇ ਜੀਵਾਂ ਦੇ ਜਿਹੜੇ ਚਿੱਤ ਆ ਉਹ ਵਿਖੇ ਕਹੀਏ ਵਿਸ਼ੇ ਵਿਕਾਰਾਂ ਵਿੱਚ, ਪਚਿਤ ਕਹੀਏ ਪਚਦੇ ਅਥਵਾ ਸੜਦੇ ਹਨ ਹੈ। ਤਜੇ ਦੂਰ ਤਿੰਨ ਸੰਗ, ਜਿਹੜਾ ਜਗਿਆਸੂ ਆ ਉਹਨਾਂ ਇਹੋ ਜਿਹੇ ਵਿਸ਼ਿਆਂ ਦਾ ਸੰਗ ਸਾਥ ਜਿਹੜਾ ਛੱਡ ਦੇਣਾ ਕਰੇ, ਛੱਡ ਦੇਵੇ, ਨੇੜੇ ਨਾ ਆਵੇ। ਬੈਠ ਇਕੰਤਰ ਸੁਤੰਤਰ ਹੋਵੇ, ਤੇ ਸੁਤੰਤਰ ਹੋ ਕੇ ਨਾ ਜੰਜਾਲਾਂ ਤੋਂ ਬੰਧਨਾਂ ਤੋਂ ਛੁੱਟੜ ਹੋ ਕੇ ਇਕੰਤ ਇਕਾਂਤ ਵਿੱਚ ਬੈਠ ਕੇ ਗੁਰੂ ਦੇ ਮਹਾਂਵਾਕਾਂ ਦੇ ਸਾਰੇ ਅੰਗਾਂ ਭਾਵ ਸਾਰੇ ਪੱਖਾਂ ਕਰਕੇ ਸਰਬ ਅੰਗ ਹੁੰਦਾ, ਸਾਰੇ ਅੰਗਾਂ ਦਾ ਸਾਰੇ ਪੱਖਾਂ ਦਾ ਮੰਨਣ ਕਰੇ, ਉਹਦੀ ਵਿਚਾਰ ਕਰੇ। ਤਜੇ ਦੂਰ ਤਿੰਨ ਸੰਗ, ਤਿੰਨ ਦੇ ਨੰਨੇ ਨੂੰ ਵੀ ਸਿਹਾਰੀ ਹੈ। ਬਾਕੀ ਸਾਰਾ ਪਾਠ ਠੀਕ। ਪਾਠ ਭੇਜਿਆ ਪਹਿਲਾਂ ਆਪਾਂ ਅਰਥ ਕੀਤਾ ਸੀ ਜਗ ਬਨਾਣੀ ਬਖੇਪ ਚਿੱਤ, ਵੀ ਜਿਹੜੇ ਸੰਸਾਰ ਦੇ ਜੀਵਾਂ ਦੇ ਚਿੱਤ ਸਦਾ ਚੰਚਲ ਰਹਿੰਦੇ ਹਨ, ਵਖੇਪ ਦਾ ਅਰਥ ਚੰਚਲ ਰਹਿੰਦੇ ਆ, ਉਹਨਾਂ ਦਾ ਸੰਗ ਸਾਥ ਸਿੱਖ ਛੱਡਣਾ ਕਰੇ। ਦੂਜਾ ਪਾਠ ਵਿਖੇ ਪਚਿਤ, ਵਿਖੇ ਦਾ ਅਰਥ ਵਿਸ਼ੇ ਤੇ ਪਚ ਦਾ ਅਰਥ ਪਚਦੇ ਸੜਦੇ ਹਨ।
ਦੋਹਰਾ ਨਿਤ ਪ੍ਰਤ ਕਰਤ ਵਿਚਾਰ ਕੋ। ਨਿਤ ਪ੍ਰਤ ਹਰ ਰੋਜ਼ ਉਹਨਾਂ ਮਾਂ ਵਾਕਾਂ ਜਾਂ ਜਿਹੜੀ ਸਤ ਅਸਾਦੀ ਵਿਚਾਰ ਆ, ਉਸ ਸਤ ਅਸਾਦੀ ਵਿਚਾਰ ਕੋ ਦਾ ਅਰਥ ਨੂੰ ਕਰਤ ਕਰਦਿਆਂ ਕਰਦਿਆਂ ਜਿਹਦਾ ਪ੍ਰਤੀ ਕਹੀਏ ਹਰ ਰੋਜ਼ ਹੀ ਸਥਿਰਤਾ ਪਾਵੇ ਚਿੱਤ। ਜਦੋਂ ਚਿੱਤ ਜਿਹੜਾ ਵਾ ਭਾਵ ਮਨ ਜਾਂ ਹਿਰਦਾ ਸਥਿਰਤਾ ਸਥਿਤਤਾ ਟਿਕਾ ਪਾਏ ਪ੍ਰਾਪਤ ਕਰ ਲੈਂਦਾ। ਬੋਧ ਉਦੈ ਛਿਨ ਛਿਨ ਕਰੈ। ਤਦੋਂ ਜਿਹੜਾ ਬੋਧ ਆਤਮ ਗਿਆਨ ਆ, ਉਸ ਆਤਮ ਗਿਆਨ ਨੂੰ ਛਿਨ ਛਿਨ ਕਾਲ ਕਰਕੇ ਛਿਨ ਛਿਨ ਸਮੇਂ ਕਰਕੇ ਆਪਣੇ ਅੰਦਰ ਉਹਦੇ ਕਹੀਏ ਪ੍ਰਗਟ ਕਰੇ, ਪੈਦਾ ਕਰੇ। ਜਾਣਿਓ ਨਿਤ ਅਨਿਤ। ਨਿਤ ਰੂਪ ਜੋ ਬ੍ਰਹਮਿਆ ਅਨਿਤ ਰੂਪੇ ਸੰਸਾਰਿਆ। ਦੇਹ ਅਨਿਤ ਨਾ ਨਿਤ ਰਹਿ। ਅਨਿਤ ਰੂਪ ਸੰਸਾਰ ਨੂੰ ਭਾਵੇਂ ਸਰੀਰਾਂ ਨੂੰ ਸੰਸਾਰ ਨੂੰ ਜਾਣਿਓ ਜਾਣਨਾ ਕਰੇ। ਨਿਤ ਪ੍ਰਤ ਕਰਤ ਵਿਚਾਰ ਕੋ। ਕਰਤ ਦੇ ਤੱਤੇ ਨੂੰ ਸਿਆਰੀ। ਸਥਿਰਤਾ ਭਾਵੈ ਚਿੱਤ। ਚਿੱਤ ਦੇ ਤੱਤੇ ਨੂੰ ਸਿਆਰੀ। ਬੋਧ ਉਦੈ ਛਿਨ ਛਿਨ ਕਰੇ। ਛਿਨ ਦੇ ਨੰਨੇ ਨੂੰ ਅੰਕੜਿਆ, ਦੋਵਾਂ ਛਿਨਾਂ ਦੇ ਨੰਨੇ ਨੂੰ ਅੰਕੜਿਆ। ਜਾਣਿਓ ਨਿਤ ਅਨਿਤ। ਨਿਤ ਦੇ ਤੱਤੇ ਨੂੰ ਸਿਆਰੀ ਆ ਤੇ ਅਨਿਤ ਦੇ ਤੱਤੇ ਨੂੰ ਸਿਆਰੀ ਵੀ। ਇਸ ਤਰ੍ਹਾਂ ਪਾਠ ਆਏ। ਜੇਕਰ ਫੇਰ ਪੜ੍ਹਦੇ ਨੇ ਅਰਥ ਨਿਤ ਪ੍ਰਤ ਕਰਤ ਵਿਚਾਰ ਕੋ। ਇਹ ਸਿੱਖ ਉਹਨਾਂ ਮਾਂ ਵਾਕਾਂ ਦਾ ਸਭ ਤਰ੍ਹਾਂ ਨਾਲ ਮੰਨਣ ਕਰੇ। ਤੇ ਕਿਵੇਂ? ਨਿਤ ਪ੍ਰਤ ਕਰਤ ਵਿਚਾਰ ਕੋ। ਹਰ ਰੋਜ਼ ਹੀ ਉਹਨਾਂ ਮਾਂ ਵਾਕਾਂ ਦਾ ਜਿਹੜਾ ਨਾ ਇਹ ਵਿਚਾਰ ਨੂੰ ਕਰਤ ਕਹੀਏ ਕਰਦਾ ਰਹੇ। ਹਰ ਰੋਜ਼ ਉਹਨਾਂ ਮਾਂ ਵਾਕਾਂ ਨੂੰ ਅਥਵਾ ਵਿਚਾਰ ਆਇਆ ਨਾ ਇੱਥੇ। ਵਿਚਾਰ ਦਾ ਅਰਥ ਹੁੰਦਾ ਸਤ ਅਸਤ ਦੀ ਵਿਚਾਰ। ਸਤ ਅਸਾਦੀ ਵਿਚਾਰ ਨੂੰ ਕਰਤ ਕਹੀਏ ਕਰਦਿਆਂ ਸਥਿਰਤਾ ਪਾਵੇ ਚਿੱਤ। ਇਹ ਸਿੱਖ ਜਦੋਂ ਇਹ ਚਿੱਤ ਮਨ ਇਹ ਸਥਿਤਤਾ ਟਿਕਾ ਸਥਿਰਤਾ ਪਾਵੇ ਕਹੀਏ ਪ੍ਰਾਪਤ ਕਰ ਲੈਂਦਾ ਹੈ ਨਾ। ਬੋਧ ਉਦੈ ਛਿਨ ਛਿਨ ਕਰੇ। ਤਦੋਂ ਜਿਹੜਾ ਬੋਧ ਕਹੀਏ ਆਤਮ ਗਿਆਨ ਆ, ਉਹਨੂੰ ਛਿਨ ਛਿਨ ਭਾਵ ਥੋੜ੍ਹੇ ਥੋੜ੍ਹੇ ਸਮੇਂ ਦੇ ਕਰਕੇ ਆਪਣੇ ਅੰਦਰ ਆਤਮ ਗਿਆਨ ਨੂੰ ਉਹਦੇ ਪ੍ਰਗਟ ਕਰੇ। ਜਾਣਿਓ ਨਿਤ ਅਨਿਤ। ਤੇ ਜਾਣ ਵੀ ਕੀ ਲਵੇ ਵੀ ਬ੍ਰਹਮ ਰੂਪ ਜਿਹੜਾ ਬ੍ਰਹਮ ਆ ਉਹ ਤੇ ਹੈ ਨਿਤ। ਸੰਸਾਰ ਕੀ ਆ ਅਨਿਤ। ਇਹ ਜਾਣਿਓ, ਇਹ ਜਾਣਨਾ ਕਰੇ। ਆਤਮ ਗਿਆਨ ਦੇਣਾ ਕਿ ਆਤਮਾ ਤੇ ਕਦੀ ਮਰਦਾ ਨਹੀਂ ਨਾ। ਤੇ ਮੇਰਾ ਆਤਮਾ ਪਰਮਾਤਮਾ ਮੇਰਾ ਇੱਕ ਹੀ ਹੈ। ਤੇ ਇਸ ਕਰਕੇ ਉਸ ਸੰਸਾਰ ਨੂੰ ਤੇ ਜਾਣੇ ਅਨਿਤ ਤੇ ਨਿਤ ਜਾਣੇ ਬ੍ਰਹਮ ਨੂੰ। ਜਾਣਿਓ ਨਿਤ। ਜਿਵੇਂ ਵੀ ਬਣ ਜਾਂਦਾ ਅਰਥ ਵੀ ਬੋਧ ਉਦੈ ਛਿਨ ਛਿਨ ਕਰੇ। ਤੇ ਜਦੋਂ ਉਹਦਾ ਮਨ ਜਾ ਟਿਕ ਜਾਊਗਾ, ਉਹ ਟਿਕਿਆ ਹੋਇਆ ਚਿੱਤ ਛਿਨ ਛਿਨ ਕਾਲ ਵਿੱਚ ਫਿਰ ਬੋਧ ਗਿਆਨ ਨੂੰ ਉਹਦੇ ਕਹੀਏ ਪੈਦਾ ਅਥਵਾ ਪ੍ਰਗਟ ਕਰੇਗਾ। ਤੇ ਜਾਣਿਓ ਨਿਤ ਅਨਿਤ। ਤੇ ਉਹ ਜਾਣ ਲਵੇਗਾ ਕਿ ਨਿਤ ਰਹਿਣ ਵਾਲਾ ਤੇ ਬ੍ਰਹਮੀ ਆ ਤੇ ਅਨਿਤ ਹੈਗਾ ਸੰਸਾਰ ਨਾ ਰਹਿਣ ਵਾਲਾ। ਹੋ ਗਿਆ ਸੰਸਾਰ ਜਗ ਰਚਨਾ ਸਭ ਝੂਠ ਹੈ। ਫਿਰ ਜਾਣ ਲਊਗਾ। ਉਹਨਾਂ ਚਿਰ ਨਹੀਂ ਜਾਣ ਸਕਦਾ ਜਿੰਨਾ ਚਿਰ ਆਤਮ ਗਿਆਨ ਨੂੰ ਨਹੀਂ ਪ੍ਰਗਟ ਕਰਦਾ, ਉਹਨਾਂ ਚਿਰ ਪ੍ਰਗਟ ਨਹੀਂ ਹੋ ਸਕਦਾ। ਸੋ ਇੱਥੇ ਅੱਜ ਆਪਾਂ ਸਮਾਪਤੀ ਕਰੀਏ।
ਨਿਤ ਪ੍ਰਤ ਕਰਤ ਵਿਚਾਰ ਕੋ ਸਥਰਤਾ ਪਾਵੈ ਚਿਤ ਬੋਧ ਉਦੈ ਛਿਨ ਛਿਨ ਕਰੈ ਜਾਣਿਓ ਨਿਤ ਅਨਿਤ। ਹਾਂਜੀ ਸਮਝ ਆ ਗਈ ਨਾ ਕਿ ਨਿਤ ਪ੍ਰਤ ਕਰਤ ਵਿਚਾਰ ਕੋ, ਜਦੋਂ ਸਤ ਸਤ ਦੀ ਵਿਚਾਰ ਨੂੰ ਕਰਦਿਆਂ ਜਾਂ ਗੁਰੂ ਦੇ ਦੱਸੇ ਹੋਏ ਮਹਾਂਵਾਕਾਂ ਦੀ ਵਿਚਾਰ ਕਰਦਿਆਂ ਹਰ ਰੋਜ਼ ਇਹ ਚਿੱਤ ਜਿਹੜਾ ਇਹ ਸਿੱਖ ਸਥਰਤਾ ਟਿਕਾ ਪਾਵੇਗਾ ਨਾ, ਤੇ ਉਦੋਂ ਕੀ ਹੋਊਗਾ, ਬੋਧ ਉਦੈ ਛਿਨ ਛਿਨ ਕਰੇ। ਉਹ ਫਿਰ ਆਤਮ ਗਿਆਨੀ ਜਿਹੜਾ ਆਤਮ ਗਿਆਨ ਦਾ ਬੋਧ ਆ ਛਿਨ ਛਿਨ ਵਿੱਚ ਆਪਣੇ ਮਨ ਵਿੱਚ ਪ੍ਰਗਟ ਕਰੇਗਾ ਟਿਕੇ ਹੋਏ ਚਿੱਤ 'ਚ, ਤੇ ਜਾਣਿਓ ਨਿਤ ਅਨਿਤ। ਫਿਰ ਉਹ ਜਾਣ ਲਊਗਾ ਵੀ ਇਹ ਸੰਸਾਰ ਜਿਹੜਾ ਅਨਿਤ ਹੈ ਤੇ ਨਿਤ ਹੈ ਬ੍ਰਹਮ ਹੀ। ਇਹ ਫਿਰ ਗਿਆਨ ਪ੍ਰਗਟ ਹੋਊਗਾ, ਕਿਉਂਕਿ ਇਹ ਸੰਸਾਰ ਅਨੇਤੀ ਆ ਨਾ। ਹਜੇ ਆਪਾਂ ਕੀ ਜਾਣਦੇ ਆਂ ਵੀ ਸੰਸਾਰ ਜਿਹੜਾ ਉਹ ਤੇ ਹੈ ਨਿਤ, ਤੇ ਬ੍ਰਹਮ ਨਹੀਂ ਹੈਗਾ ਨਿਤ। ਬ੍ਰਹਮ ਤੇ ਆਪਾਂ ਕਹਿੰਦੇ ਹੈ ਹੀ ਨਹੀਂ ਆ। ਹੁਣ ਗੁਰੂ ਹਰ ਬਚਨ ਵਿੱਚ ਕਹਿੰਦੇ ਆ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ, ਤੇ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਤੇ ਸਾਡੇ ਵਾਸਤੇ ਤੇ ਬ੍ਰਹਮ ਅਨੇਤੀ ਆ ਨਾ, ਤੇ ਸੰਸਾਰ ਸਾਨੂੰ ਨਜ਼ਰ ਹੀ ਆਉਂਦਾ। ਜੋ ਨਜ਼ਰ ਹੀ ਆਵੇ ਉਹੀ ਸਾਡੇ ਵਾਸਤੇ ਨਿੱਤ ਰਹਿਣ ਵਾਲਾ, ਉਹੀ ਜੋ ਦਿਸੇ ਉਹੀ ਸਾਨੂੰ ਦਿਖੂਗਾ ਨਾ, ਪ੍ਰਗਟ ਹੋਊਗਾ ਨਾ ਵੀ ਹਾਂ ਵੀ ਇਹ ਹੈਗਾ। ਇਹ ਹੈਗਾ ਵਾ ਵੀ ਜੋ ਨਹੀਂ ਦਿਖਦਾ ਉਹ ਨਹੀਂ ਹੈਗਾ। ਪਰ ਇਹ ਉਲਟੀ ਗੰਗਾ, ਜੋ ਦਿਸ ਨਹੀਂ ਰਿਹਾ ਉਹ ਤੇ ਹੈ, ਜੋ ਦਿਸ ਰਿਹਾ ਉਹ ਨਹੀਂ ਹੈਗਾ। ਇਹ ਸੰਸਾਰ ਨਾਸ ਮਾਣਿਆ, ਇਹ ਤੇ ਅਗਿਆਨ ਕਰਕੇ ਹੀ ਸਾਧ ਸੰਗਤ ਜੀ ਭਰਮ ਦਾ ਸੱਪ ਹੀ ਜਿਹੜਾ ਸਮਝ ਲਓ ਪ੍ਰਗਟ ਦਿਸ ਰਿਹਾ ਸਨ। ਅਸਲ ਵਿੱਚ ਹੈ ਨਹੀਂ ਆ, ਅਗਿਆਨ ਕਰਕੇ ਸੰਸਾਰ ਆ। ਅਗਿਆਨ ਦੀ ਨਿਰਵਿਰਤੀ ਹੋ ਜੇ, ਗਿਆਨ ਦਾ ਪ੍ਰਕਾਸ਼ ਹੋ ਜੇ, ਤੇ ਆਪੇ ਭਰਮ ਰੂਪੀ ਇਹ ਸੰਸਾਰ ਜਿਹੜਾ ਸੱਪ ਆ ਇਹ ਖਤਮ ਹੋ ਜੇ। ਅਨਿਤ ਸੰਸਾਰ ਕਿਵੇਂ ਆ, ਮਾਂ ਪਰਲੋ ਸਮੇਂ ਸਭ ਕੁਝ ਨਾਸ ਹੁੰਦਾ, ਕਿਤੇ ਤਾਂ ਅਨਿਤ ਆ। ਤੇ ਜਿਹੜਾ ਮਾਂ ਪਰਲੋ ਕਰਦਾ ਉਹ ਵੀ ਤੇ ਕੋਈ ਨਾ ਕੋਈ ਤਾਕਤ ਹੈਗੀ ਆ, ਉਹ ਹੈ ਬ੍ਰਹਮ। ਇਸ ਕਰਕੇ ਉਹ ਨਹੀਂ ਮਾਂ ਪਰਲੋ ਕਰਨ ਵਾਲਾ ਆਪ ਆ, ਖਾਤਮਾ ਕਰਨ ਵਾਲਾ ਤੇ ਸਭ ਦਾ ਹੈਗਾ, ਪਰ ਉਹਦਾ ਆਪਣਾ ਖਾਤਮਾ ਨਹੀਂ। ਇਸ ਕਰਕੇ ਉਹ ਨਿਤ ਆ। ਤੇ ਇਹ ਜਿਹੜਾ ਵਿਚਾਰ ਆ ਇਹ ਆਤਮ ਗਿਆਨ ਦੇ ਨਾਲ ਪ੍ਰਗਟ ਹੁੰਦੀ ਆ, ਜਾਂ ਐਵੇਂ ਵੀ ਬਣਦਾ ਵੀ ਬੋਧ ਉਦੈ ਛਿਨ ਛਿਨ ਕਰੇ, ਆਤਮ ਗਿਆਨ ਨੂੰ ਛਿਨ ਛਿਨ ਵਿੱਚ ਪ੍ਰਗਟ ਕਰੇ, ਤੇ ਪਤਾ ਲੱਗ ਜਾਂਦਾ ਵੀ ਜਿਹੜਾ ਮੇਰਾ ਆਤਮ ਆ ਉਹ ਤੇ ਨਿਤ ਆ, ਜਿਹੜਾ ਸਰੀਰ ਆ ਉਹ ਹੈ ਅਨਿਤ। ਦੇਹ ਅਨਿਤ ਨਾ ਨਿਤ ਰਹਿ, ਤੇ ਸਰੀਰ ਤੇ ਹੈ ਹੀ ਨਿਤ ਆ। 5 ਸਾਲਾਂ ਨੂੰ 10 ਸਾਲਾਂ ਨੂੰ 100 ਸਾਲ ਨੂੰ ਖਤਮ ਹੁੰਦਾ ਹੀ ਹੈ। ਇਸ ਪ੍ਰਕਾਰ ਇਹ ਸਮਝ ਲੈਣਾ ਜੀ। ਹੁਣ ਆਪਾਂ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਜਿਹੜੀ ਕਰੀ, ਉਹ ਪੜ੍ਹ ਹੀ ਲਈਆਂ ਸੀ ਆਪਾਂ। ਅਖੀਰਲੀਆਂ ਪੰਕਤੀਆਂ ਫਿਰ ਪੜ੍ਹ ਲੈਂਦੇ ਹਾਂ। ਨਿਤ ਪ੍ਰਤ ਕਰਤ ਵਿਚਾਰ ਕੋ ਸਥਰਤਾ ਪਾਵੈ ਚਿਤ, ਬੋਧ ਉਦੈ ਛਿਨ ਛਿਨ ਕਰੈ ਜਾਣਿਓ ਨਿਤ ਅਨਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।